फस्ट पैराग्राफ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਵੀ ਆਪਾਂ 9th ਕਲਾਸ ਦੇ ਵਿੱਚ ਵੇਰੀਅਸ ਐਲੀਮੈਂਟਸ ਬਾਰੇ ਪੜ੍ਹਿਆ ਸੀ। ਠੀਕ ਹੈ, ਜੋ ਮੈਂ ਬੋਲੂੰਗੀ ਉਹ ਤੁਸੀਂ ਲਿਖਣਾ ਬੱਚੇ। ਠੀਕ ਹੈ, ਜੋ ਮੈਂ ਸਮਝਾ ਰਹੀ ਹਾਂ ਉਹਨੂੰ ਓਨਲੀ ਅੰਡਰਸਟੈਂਡ ਕਰਨਾ। ਤੇ ਅੱਜ ਤੁਹਾਡੇ ਕੋਲ ਜੇ ਪ੍ਰੋਪਰ ਨੋਟਬੁੱਕ ਨਹੀਂ ਹੈਗੀ ਤਾਂ ਕੱਲ ਪਲੀਜ਼ ਤੁਸੀਂ ਇੱਕ ਅਲੱਗ ਨੋਟਬੁੱਕ ਲਾਉਣੀ ਹੈ ਕੈਮਿਸਟਰੀ ਨੂੰ, ਤੇ ਉਹਦੇ ਵਿੱਚ ਮੈਂ ਸਾਰੇ ਜੋ ਵੀ ਐਮਸੀਕਿਊਜ਼ ਲਿਖਵਾਇਆ ਕਰੂੰਗੀ ਉਹ ਤੁਸੀਂ ਨੋਟ ਕਰਨੇ ਆ। ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਵੀ ਮੈਂ ਸੇਮ ਚੀਜ਼ ਹੀ ਕਹਿੰਨੀ ਆ। ਠੀਕ ਹੈ, ਅੱਜ ਤੁਸੀਂ ਜਿਹੜੀ ਵੀ ਨੋਟਬੁੱਕ ਅਵੇਲੇਬਲ ਆ ਉਹਦੇ ਤੇ ਲਿਖ ਲਓ, ਬਟ ਇਹ ਨੋਟਬੁੱਕ ਮੈਂ ਜ਼ਰੂਰ ਚੈੱਕ ਕਰੂੰਗੀ। ਪਹਿਲਾਂ ਵਾਲਾ ਕਿਸੇ ਨੇ ਕੰਮ ਲਿਖਿਆ ਨਹੀਂ ਲਿਖਿਆ ਉਹ ਬਾਅਦ ਦੀ ਗੱਲ ਆ, ਬਟ ਇੱਥੋਂ ਕੰਮ ਮੈਂ ਰਿਟਨ ਚੈੱਕ ਕਰਨਾ, ਕਿਉਂਕਿ ਹਰੇਕ ਕੋਲ ਰਿਟਨ ਕੰਮ ਹੋਣਾ ਚਾਹੀਦਾ, ਫਿਰ ਹੀ ਤੁਸੀਂ ਲਰਨ ਕਰੋਗੇ। ਠੀਕ ਹੈ, ਹੁਣ ਤੁਸੀਂ ਦੇਖੋ ਉਹ ਕਹਿੰਦਾ 9th ਕਲਾਸ 'ਚ ਆਪਾਂ ਬਹੁਤ ਸਾਰੇ ਐਲੀਮੈਂਟਸ ਬਾਰੇ ਪੜ੍ਹਿਆ ਸੀਗਾ, ਤੇ ਐਲੀਮੈਂਟਸ ਨੂੰ ਆਪਾਂ ਮੈਟਲ ਨੋਨ ਮੈਟਲ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਬੇਸ ਤੇ। ਠੀਕ ਹੈ, ਐਲੀਮੈਂਟ ਕੀ ਹੁੰਦਾ ਕੋਈ ਬੱਚਾ ਦੱਸ ਸਕਦਾ? ਐਲੀਮੈਂਟ, what is an element? हाँ जी, ऑनलाइन स्टूडेंट्स चलो तुसी मैं तुहानू दसदी हाँ जी। ऑनलाइन का मतलब हुंदा एलीमेंट का मतलब हुंदा हैगा कोई भी एक प्योर सबसटांस जिन्हों आपां ना तो बना सकते हैं, ठीक है, बिल्ड कर सकते हैं, ना ही आपां डीकंपोज कर सकते हैं। डीकंपोज का मतलब हुंदा तोड़ना। ठीक है, ना तो आप आप ही बना सकते हैं ना ही तोड़ सकते हैं बाय ऑर्डनरी फिजिकल और कैमिकल मैथड्स। किसी भी आप सधारण तरीके दे नाल इन्हां नूं नहीं बना सकते। इहदियां 3 कैटागरीज आ, मैटल्स, नॉन मैटल ते मैटालॉइड। ठीक है जी, मैटल्स ते नॉन मैटल का ये पूरा चैप्टर आ। मैटालॉइड टर्म मैं क्लीयर कर दिंनी आ, ਜਿਹੜੇ ਸਬਸਟੈਂसेस ਦੇ ਵਿੱਚ ਜਾਂ ਜਿਹੜੇ ਐਲੀਮੈਂਟਸ ਦੇ ਵਿੱਚ ਮੈਟਲ ਤੇ ਨਾਨ ਮੈਟਲ ਦੋਨਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਮੈਟਾਲॉइड्स। ਠੀਕ ਹੈ, ਜਿਵੇਂ ਆਰਸੈਨਿਕ ਆ, ਸਿਲੀਕॉन ਆ, ਜਿਹੜੇ ਮਦਰਬੋਰਡ ਦੇ ਵਿੱਚ ਯੂਜ਼ ਹੁੰਦੀਆਂ, ਚਿਪ ਵਗੈਰਾ ਮੈਮਰੀ ਕਾਰਡ ਬਣਾਉਣ ਲਈ ਯੂਜ਼ ਹੁੰਦੀਆਂ, ਸਿਲੀਕॉन, ਜਰਮੇਨੀਅਮ, ਉਹ ਸਾਰੇ ਮੈਟਾਲॉइड ਹੁੰਦੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਟੌਪਿਕ ਫਿਜ਼ੀਕਲ ਪ੍ਰੋਪਰਟੀਜ਼ ਵਾਲਾ ਪੈਰਾਗ੍ਰਾਫ। ਦੇਖੋ ਉਹ ਕਹਿੰਦਾ ਦਾ ਈਜ਼ੀਐਸਟ ਵੇ ਟੂ ਸਟਾਰਟ ਗਰੁੱਪਿੰਗ ਸਬਸਟੈਂसेस ਇਜ਼ ਬਾਈ ਕੰਪੇਅਰਿੰਗ देयर ਪ੍ਰੋਪਰਟੀਜ਼। ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਗਰੁੱਪ ਕਰਨਾ, ਤਾਂ ਗਰੁੱਪ ਕਰਨ ਲਈ ਆਪਾਂ ਨੂੰ ਉਹਨਾਂ ਦੀਆਂ ਪ੍ਰੋਪਰਟੀਜ਼ ਸਟੱਡੀ ਕਰਨੀਆਂ ਪੈਣਗੀਆਂ। ਇਹਦੇ ਲਈ 6 ਉਹਨਾਂ ਨੇ ਐਕਟੀਵਿਟੀਜ਼ ਦਿੱਤੀਆਂ ਹੋਈਆਂ, 3.1 to 3.6। ਠੀਕ ਹੈ, ਤੁਸੀਂ ਸੈਂਪਲਸ ਕਲੈਕਟ ਕਰਨੇ ਆ। ਉਹ ਕਹਿੰਦਾ ਆਇਰਨ, ਕਾਪਰ, ਐਲੂਮੀਨੀਅਮ, ਮੈਗਨੀਸ਼ੀਅਮ, ਸੋਡੀਅਮ, ਲੈਡ, ਜ਼ਿੰਕ ਤੇ ਹੋਰ ਵੀ ਕੋਈ ਵੀ ਮੈਟਲ ਆ ਜਿਹੜੀ ਈਜ਼ੀਲੀ ਅਵੇਲੇਬਲ ਆ, ਆਪਾਂ ਉਹਨਾਂ ਦੇ ਸੈਂਪਲ ਕਲੈਕਟ ਕਰ ਲੈਣੇ ਆ। ਮਤਲਬ ਥੋੜੀ ਥੋੜੇ ਅਮਾਊਂਟ ਦੇ ਵਿੱਚ ਉਹਨਾਂ ਨੂੰ ਆਪਦੇ ਕੋਲ ਇਕੱਠੇ ਕਰ ਲੈਣਾ। ਫਿਰ ਉਹਨਾਂ ਨੇ ਫਸਟ ਐਕਟੀਵਿਟੀ ਕਹੀ ਆ ਕਿ ਤੁਸੀਂ ਕੀ ਕਰੋ, ਪਹਿਲਾਂ ਤਾਂ ਉਹਨਾਂ ਦੀ ਅਪੀਅਰੈਂਸ ਦੇਖੋ ਵੀ ਕਿੱਦਾਂ ਦੇ ਦਿਖਦੇ ਆ। ਦੂਸਰਾ, ਤੁਸੀਂ ਇਹਨਾਂ ਦੇ ਸਰਫੇਸ ਨੂੰ, ਹਰੇਕ ਸੈਂਪਲ ਦੇ ਸਰਫੇਸ ਨੂੰ ਰਬ ਕਰੋ ਸੈਂਡ ਪੇਪਰ ਦੇ ਨਾਲ। ਠੀਕ ਹੈ, ਤਾਂ ਸੈਂਡ ਪੇਪਰ ਦੇ ਨਾਲ, ਸੈਂਡ ਪੇਪਰ ਕੀ ਹੁੰਦਾ ਪਤਾ? ਹਾਂਜੀ ਬੱਚੇ ਤੁਹਾਨੂੰ ਪਤਾ? ਹਾਂਜੀ, ਰੇਗਮਰ। ਠੀਕ ਹੈ, ਤਾਂ ਹੁਣ ਤੁਸੀਂ ਦੇਖੋ ਜਦੋਂ ਆਪਾਂ ਅਪੀਅਰੈਂਸ ਦੇਖਾਂਗੇ ਮੈਟਲ ਦੀ, ਤੁਸੀਂ ਵੈਸੇ ਸੋਚੋ ਵੀ ਤੁਸੀਂ ਆਇਰਨ ਦੀਆਂ ਚੀਜ਼ਾਂ ਕਿੰਨੀਆਂ ਦੇਖੀਆਂ ਹੋਣੀਆਂ, ਗੋਲਡ ਸਿਲਵਰ ਦੀਆਂ ਚੀਜ਼ਾਂ ਦੇਖੀਆਂ ਹੋਣੀਆਂ, ਕਾਪਰ ਦੀਆਂ ਚੀਜ਼ਾਂ ਦੇਖਣੀਆਂ ਹੋਣੀਆਂ। ਤਾਂ ਉਹਨਾਂ ਦੀ ਫਸਟ ਪ੍ਰੋਪਰਟੀ ਉਹਨੇ ਕਿਹਾ ਹੈਗਾ ਕਿ ਮੈਟਲਸ ਇਨ देयर ਪਿਓਰ ਸਟੇਟ ਹੈਵ ਅ ਸ਼ਾਈਨਿੰਗ ਸਰਫੇਸ। ਜਿਹੜੀ ਮੈਟਲ ਆ ਉਹਨਾਂ ਦੀ ਇੱਕ ਚਮਕ ਹੁੰਦੀ ਹੈ, ਸ਼ਾਈਨਿੰਗ ਸਰਫੇਸ ਹੁੰਦਾ, ਤੇ ਇਹਨੂੰ ਅਸੀਂ ਕਹਿੰਦੇ ਆ ਮੈਟੈਲਿਕ ਲਸਟਰ। ਠੀਕ ਹੈ ਜੀ, ਜਾਂ ਆਪਾਂ ਸਿੰਪਲ ਲੈਂਗੁਏਜ 'ਚ ਕਹਿੰਦੇ ਹੁੰਦੇ ਸੀ ਮੈਟਲਸ ਆਰ ਲਸਟਰਸ, ਵੀ ਮੈਟਲਸ ਜਿਹੜੀਆਂ ਹੁੰਦੀਆਂ ਉਹਨਾਂ ਦੀ ਚਮਕ ਹੁੰਦੀ ਹੈ। ਠੀਕ ਹੈ, ਤਾਂ ਫਸਟ ਕੁਐਸਚਨ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਲਿਖੋ, ਮੈਟਲਸ ਆਰ dash in appearance. Metals are dash in appearance. What will be the answer? Lustrous. 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 Very good. Lustrous. Lustrous. Next question likho, which material is used? Which material is used to clean the, which material is used to clean the surface of metals? Surface of, Ma'am, surface of metals. की आंसर आएगा?
Sandpaper. Sandpaper, ma'am. ਸੈਂਡ ਪੇਪਰ, ਜਿਹਨੂੰ ਆਪਾਂ ਰੇਗਮਰ ਕਹਿੰਦੇ ਆ, ਸੈਂਡ ਪੇਪਰ। ਸਾਰੇ ਟੌਪਿਕ ਬੱਚੇ ਪੜ੍ਹੇ ਹੀ ਹੋਏ ਆ, ਆਪਾਂ ਜਸਟ ਪੈਰਾਗ੍ਰਾਫ ਟੂ ਪੈਰਾਗ੍ਰਾਫ ਉਹਨਾਂ ਦੇ ਹੁਣ ਦੇਖ ਰਹੇ ਆ ਵੀ ਹੋਰ ਕਿਹੜੇ ਕਿਹੜੇ ਕੁਐਸਚਨ ਫਾਰਮ ਹੋ ਸਕਦੇ। ਠੀਕ ਹੈ ਜੀ। ਹੁਣ ਆਉਂਦੇ ਆ ਆਪਾਂ ਐਕਟੀਵਿਟੀ ਨੰਬਰ 3.2 ਤੇ, ਧਿਆਨ ਨਾਲ ਸੁਣਿਓ ਸੋ ਦੈਟ ਯੂ ਆਰ ਏਬਲ ਟੂ ਆਨਸਰ। ਠੀਕ ਹੈ। ਉਹ ਕਹਿੰਦੇ ਕੁਝ ਸਮਾਲ ਪੀਸਸ ਲੈਣੇ ਆ, ਆਇਰਨ, ਕਾਪਰ, ਐਲੂਮੀਨੀਅਮ ਤੇ ਮੈਗਨੀਸ਼ੀਅਮ ਦੇ। ਠੀਕ ਹੈ। ਤੁਸੀਂ ਆਇਰਨ, ਕਾਪਰ, ਐਲੂਮੀਨੀਅਮ ਤੇ ਮੈਗਨੀਸ਼ੀਅਮ ਇਹਨਾਂ ਦੇ ਸਮਾਲ ਪੀਸਸ ਲੈਣੇ ਆ ਐਂਡ ਤੁਸੀਂ ਉਹਨਾਂ ਨੂੰ ਸ਼ਾਰਪ ਨਾਈਫ ਤੇ ਇੱਕ ਤਿੱਖਾ ਚਾਕੂ ਆ ਉਹਦੇ ਨਾਲ ਕੱਟਣ ਦੀ ਕੋਸ਼ਿਸ਼ ਕਰੋ। ਠੀਕ ਹੈ। ਨੈਕਸਟ ਉਹਨਾਂ ਨੇ ਕਿਹਾ ਹੋਲਡ ਅ ਪੀਸ ਆਫ ਸੋਡੀਅਮ ਮੈਟਲ ਵਿਦ ਅ ਪੇਅਰ ਆਫ ਟੋਂਗਸ। ਤੁਸੀਂ ਸੋਡੀਅਮ ਮੈਟਲ ਨੂੰ ਇੱਕ ਟੋਂਗਸ, ਜਿਵੇਂ ਆਪਣੇ ਕੋਲ ਚਿਮਟਾ ਹੁੰਦਾ ਨਾ, ਉਹਨੂੰ ਕਹਿੰਦੇ ਆ ਟੋਂਗਸ, ਉਹਦੇ ਨਾਲ ਹੋਲਡ ਕਰੋ। ਠੀਕ ਹੈ। ਇੱਕ ਉਹਨਾਂ ਨੇ ਕੌਸ਼ਨ ਕਹੀ ਹੋਈ ਆ ਵੀ ਆਪਣੇ ਕੋਲ ਜਿਹੜਾ ਸੋਡੀਅਮ ਮੈਟਲ ਆ ਉਹਨੂੰ ਤੁਸੀਂ ਪ੍ਰੋਪਰ ਕੇਅਰ ਦੇ ਨਾਲ ਹੈਂਡਲ ਕਰਨਾ ਹੈਗਾ। ਠੀਕ ਹੈ। ਡਰਾਈ ਕਰਨ ਲਈ ਆਪਾਂ ਫਿਲਟਰ ਪੇਪਰ ਦੇ ਵਿੱਚ ਉਹਨੂੰ ਫੋਲਡ ਕਰ ਸਕਦੇ ਹਾਂ। ਫਿਲਟਰ ਪੇਪਰ ਆਪਣੇ ਕਾਗਜ਼ ਵਰਗਾ ਜਿਵੇਂ ਟਿਸ਼ੂ ਹੁੰਦਾ ਉਦਾਂ ਦਾ ਹੀ ਪੇਪਰ ਹੁੰਦਾ, ਉਹਦੇ ਵਿੱਚ ਰੱਖ ਕੇ ਆਪਾਂ ਇਹਨੂੰ ਸੁਕਾ ਸਕਦੇ ਹਾਂ, ਬਟ ਤੁਸੀਂ ਉਹਨੂੰ ਹੱਥ ਨਾਲ ਟੱਚ ਨਾ ਕਰਿਓ। ਪੁੱਟ ਇਟ ਔਨ ਅ ਵਾਚ ਗਲਾਸ। ਵਾਚ ਗਲਾਸ ਹੁੰਦੀ ਹੈ ਬੱਚੇ ਆਪਣੇ ਲੈਬ ਦੇ ਵਿੱਚ, ਮੈਂ ਤੁਹਾਨੂੰ ਲੈ ਕੇ ਜਾਊਂਗੀ ਜਦੋਂ ਤੁਸੀਂ ਸਾਰੇ ਸਕੂਲ ਆਉਣ ਲੱਗ ਗਏ ਤਾਂ ਵਾਚ ਗਲਾਸ ਕੱਚ ਦੀ ਪਲੇਟ ਹੁੰਦੀ ਹੈ ਇੱਕ ਛੋਟੀ ਜੀ। ਠੀਕ ਹੈ। ਜਿਹਦੇ ਉੱਪਰ ਆਪਾਂ ਸਾਰੇ ਸਾਲਟ ਵਗੈਰਾ ਨੂੰ ਮੈਜ਼ਰ ਕਰਦੇ ਆ, ਉੱਥੋਂ ਹੀ ਯੂਜ਼ ਕਰਦੇ ਆ, ਬਿਕੋਜ਼ ਕਈ ਸਾਲਟ ਜਿਹੜੇ ਆ ਕਰੋਸਿਵ ਨੇਚਰ ਦੇ ਹੁੰਦੇ ਆ, ਜਿਹੜੀ ਸਾਡੇ ਸਕਿਨ ਨੂੰ ਖਰਾਬ ਕਰ ਸਕਦੇ ਆ, ਆਪਾਂ ਹਰੇਕ ਨੂੰ ਟੱਚ ਨਹੀਂ ਕਰਦੇ। ਠੀਕ ਹੈ। ਤੇ ਆਪਾਂ ਵਾਚ ਗਲਾਸ ਤੇ ਰੱਖ ਕੇ ਯੂਜ਼ ਕਰਦੇ ਆ। ਐਂਡ ਟਰਾਈ ਟੂ ਕੱਟ ਇਟ ਵਿਦ ਅ ਨਾਈਫ। ਉਹ ਕਹਿੰਦੇ ਫਿਰ ਤੁਸੀਂ ਸੋਡੀਅਮ ਮੈਟਲ ਨੂੰ ਵਾਚ ਗਲਾਸ ਤੇ ਰੱਖੋ ਤੇ ਉਹਨੂੰ ਨਾਈਫ ਨਾਲ ਕੱਟ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ। ਵਟ ਡੂ ਯੂ ਓਬਜ਼ਰਵ, ਤਾਂ ਤੁਸੀਂ ਕੀ ਓਬਜ਼ਰਵ ਕਰੋਗੇ ਉਹਦਾ ਆਪਾਂ ਆਨਸਰ ਕਰਨਾ। ਹੁਣ ਸਾਰਿਆਂ ਨੂੰ ਐਕਟੀਵਿਟੀ ਸਮਝ ਆ ਗਈ? Yes, yes. ਤੁਸੀਂ Yes, ma'am. ਹਾਂ, ਤੁਸੀਂ ਸਾਰੀਆਂ ਮੈਟਲਸ ਨਹੀਂ ਦੇਖੀਆਂ, ਚਲੋ ਤੁਸੀਂ ਆਇਰਨ ਤਾਂ ਦੇਖੀ ਹੈ, ਤੁਸੀਂ ਆਇਰਨ ਨੂੰ ਚਾਕੂ ਨਾਲ ਕੱਟ ਸਕਦੇ ਆ? No, No, ma'am. ma'am. ਨਹੀਂ ਕੱਟ No, ਸਕਦੇ। ma'am. ਠੀਕ ਹੈ। ਤਾਂ ਇੱਥੋਂ ਸਾਡੇ ਕੋਲ ਕੁਐਸਚਨ ਇੱਕ ਆ ਗਿਆ, ਮੈਟਲਸ ਆਰ ਡੈਸ਼। Hard, ma'am. ਯੈਸ, Hard, ma'am. ਮੈਟਲਸ ਆਰ ਹਾਰਡ। ਵੈਰੀ ਗੁੱਡ। ਹਾਰਡਨੈਸ ਇੱਕ ਪ੍ਰੋਪਰਟੀ ਹੈ ਮੈਟਲਸ ਦੀ। नेक्स्ट क्वेश्चन लिखो, विच इज द ओनली मेटल, विच इज द ओनली मेटल that can be easily cut with a knife? Ma'am, sodium. Sodium. Yes, exact answer, sodium. ਨੈਕਸਟ ਪੇਜ ਤੇ ਆਉਣੇ ਆ ਬੱਚੇ ਆਪਾਂ। ਠੀਕ ਹੈ। ਉਹਨਾਂ ਨੇ ਕਿਹਾ ਯੂ ਵਿਲ ਫਾਈਂਡ ਦੈਟ ਮੈਟਲਸ ਆਰ ਜਨਰਲੀ ਹਾਰਡ। ਇਹ ਚੀਜ਼ ਆਪਾਂ ਪਹਿਲਾਂ ਹੀ ਕਰ ਚੁੱਕੇ ਆ ਵੀ ਮੈਟਲਸ ਜਿਹੜੀਆਂ ਹਾਰਡ ਹੁੰਦੀਆਂ, ਤੇ ਹਾਰਡਨੈਸ ਦੀ ਜਿਹੜੀ ਮਤਲਬ ਡਿਗਰੀ ਆ ਕਿੰਨੀ ਹਾਰਡ ਹੋਊਗੀ ਉਹ ਵੇਰੀ ਕਰਦੀ ਹੈ ਮੈਟਲ ਟੂ ਮੈਟਲ। ਹਰੇਕ ਦੀ ਹਾਰਡਨੈਸ ਅਲੱਗ-ਅਲੱਗ ਆ। ਠੀਕ ਹੈ। ਕੋਈ ਮੈਟਲਸ ਜ਼ਿਆਦਾ ਹਾਰਡ ਹੈ, ਕੋਈ ਘੱਟ ਹਾਰਡ ਹੈ। ਠੀਕ ਹੈ। ਐਕਟੀਵਿਟੀ 3.3 ਆ ਗਈ। ਉਹ ਕਹਿੰਦਾ ਟੇਕ ਪੀਸਸ ਆਫ ਆਇਰਨ, ਜ਼ਿੰਕ, ਲੈਡ ਐਂਡ ਕਾਪਰ। ਆਇਰਨ, ਜ਼ਿੰਕ, ਲੈਡ ਤੇ ਕਾਪਰ ਦੇ ਕੁਝ ਪੀਸਸ ਲਏ ਆਪਾਂ। ਪਲੇਸ ਐਨੀ ਵਨ ਮੈਟਲ ਔਨ ਅ ਬਲੌਕ ਆਫ ਆਇਰਨ। ਤੁਸੀਂ ਕਿਸੇ ਵੀ ਮੈਟਲ ਇੱਕ ਨੂੰ 1 ਬਾਏ 1 ਸਾਰੀਆਂ ਮੈਟਲਸ ਲੈਣੀਆਂ, ਆਇਰਨ ਦੇ ਬਲੌਕ ਤੇ ਰੱਖਣਾ। ਬੱਚੇ ਜੇ ਤੁਸੀਂ ਦੇਖਿਆ ਹੋਵੇ ਤਾਂ ਜਿਹੜੀਆਂ ਵਰਕਸ਼ਾਪਸ ਹੁੰਦੀਆਂ ਹੈਗੀਆਂ, ਬॉयਜ਼ ਨੇ ਜਨਰਲੀ ਦੇਖਿਆ ਹੀ ਹੋਊਗਾ, ਉੱਥੇ ਜਿਹੜਾ ਮਤਲਬ ਕਿ ਪਰਸਨ ਕੰਮ ਕਰਦਾ ਉਹਦੇ ਕੋਲ ਲੋਹੇ ਦਾ ਬਲੌਕ ਹੁੰਦਾ, ਇੱਕ ਹੁੰਦਾ ਹੈ ਨਾ, ਜਿਹਦੇ ਉੱਪਰ ਰੱਖ ਕੇ ਉਹ ਹੈਮਰ ਕਰਦਾ ਕਿਸੇ ਵੀ ਚੀਜ਼ ਨੂੰ, ਕੁੱਟਦੇ ਆ ਤੁਹਾਡੇ ਨਾਲ। ਤਾਂ ਉਹ ਕਹਿੰਦਾ ਤੁਸੀਂ ਉੱਥੇ 1 ਬਾਏ 1 ਮੈਟਲ ਰੱਖਣੀ ਹੈ ਇੱਕ ਇੱਕ, ਤੇ ਉਹਨੂੰ ਸਟਰਾਈਕ ਕਰਨਾ ਹੈ ਹੈਮਰ ਦੇ ਨਾਲ। ਤੇ ਤੁਸੀਂ ਕੀ ਓਬਜ਼ਰਵ ਕਰੋਗੇ? ਇਹ ਚੀਜ਼ ਤੁਸੀਂ ਸਾਰੀਆਂ ਮੈਟਲਸ ਨਾਲ ਕਰਨੀ ਹੈ ਐਂਡ ਤੁਸੀਂ ਰਿਕਾਰਡ ਕਰਨੀ ਹੈ ਵੀ ਸ਼ੇਪ ਕਿਹੜੀਆਂ ਕਿਹੜੀਆਂ ਮੈਟਲਸ ਦੀ ਚੇਂਜ ਹੋ ਰਹੀ ਆ। ਠੀਕ ਹੈ। ਤਾਂ ਇਹਦੇ ਵਿੱਚ ਹੁਣ ਦੇਖੋ ਰਾਜੇ ਵੀ ਆਪਾਂ ਇੱਥੋਂ ਆਪਾਂ ਨੂੰ ਪਤਾ ਹੀ ਹੈ ਵੀ ਆਇਰਨ ਦੀ ਵੀ ਕੋਈ ਵੀ ਚੀਜ਼ ਆਪਾਂ ਕੁੱਟ ਕੇ ਤੁਹਾਡੇ ਨਾਲ ਬਣਾ ਸਕਦੇ ਹਾਂ, ਹਨਾ। ਤੇ ਇਹਦੀਆਂ ਅੱਗੇ 2 ਪ੍ਰੋਪਰਟੀਜ਼ ਨਿਕਲਦੀਆਂ, ਮੈਂ ਪੜ੍ਹਾਈਆਂ ਹੋਈਆਂ ਹੈਗੀਆਂ, ਤੁਸੀਂ ਦੱਸ ਸਕਦੇ ਹੋ ਕਿਹੜੀਆਂ ਕਿਹੜੀਆਂ 2 ਪ੍ਰੋਪਰਟੀਜ਼ ਆ? Metals are malleable and ductile. ਮੈਲੇਬਿਲਿਟੀ ਤੇ Metals are soluble.
सोनोरस साउंड प्रोड्यूस ਹੁੰਦੀ ਹੈ ਬਟ ਇੱਥੇ ਆਪਾਂ ਸ਼ੇਪ ਦੀ ਗੱਲ ਕਰਨੀ ਹੈ ਇੱਕ ਤਾਂ ਮੈਲੇਬਿਲਿਟੀ ਹੋ ਗਈ ਇੱਕ ਸੈਕਿੰਡ ਪ੍ਰੋਪਰਟੀ ਕਿਹੜੀ ਹੋਊਗੀ Metals are ductile. ਮੈਟਲਸ Metals are ductile. Ductile. ਠੀਕ ਹੈ ਹੁਣ ਆਪਾਂ ਉਹਨਾਂ ਦੋ ਪ੍ਰੋਪਰਟੀਜ਼ ਨੂੰ ਐਕਸਪਲੇਨ ਕਰਨਾ ਲਿਖੋ which property allows metals to be beaten into ठीक है beaten into thin sheets Malleability, ma'am. malleability very good I have highlighted this word on screen please check the spellings MALLEABILITY मैम स्क्रीन में शो नहीं हो रही है हाँ जी मैम शो हाँ नहीं हो रहा है मैम स्क्रीन की चीज मैम जेकर मैम जे स्क्रीन शेयरिंग कर रही है मैम शो नहीं हो रही थी ਬਾਕੀਆਂ ਨੂੰ ਸ਼ੋ ਹੋ ਰਹੀ ਆ Yes, ma'am. ਬੱਚੇ ਚੈੱਕ ਯੂਅਰ ਕਨੈਕਸ਼ਨ ਆਈ ਥਿੰਕ ਵੈਦਰ ਥੋੜਾ ਜਿਹਾ ਖਰਾਬ ਆ ਨਾ ਤਾਂ ਕਰਕੇ ਮੇਬੀ ਕਨੈਕਸ਼ਨ ਜਿਹੜਾ ਲੋਸਟ ਹੋ ਰਿਹਾ ਕੋਈ ਗੱਲ ਨਹੀਂ ਜੇ ਸਕਰੀਨ ਘੱਟ ਵੀ ਵਿਜ਼ੀਬਲ ਆ ਜੋ ਮੈਂ ਬੋਲ ਰਹੀ ਹਾਂ ਉਹ ਨੋਟ ਕਰਦੇ ਰਹੋ ਠੀਕ ਹੈ ਆਨਸਰ ਵਿਲ ਬੀ ਮੈਲੇਬਿਲਿਟੀ ਇੱਥੋਂ ਤੱਕ ਨੋਟ ਕਰ ਲਿਆ ਸਭ ਨੇ Yes, ma'am. okay then ਉਹਨੇ ਕਿਹਾ did you know that gold and silver are the most malleable metals ਤੁਹਾਨੂੰ ਪਤਾ ਵੀ gold ਤੇ silver most malleable ਆ ਠੀਕ ਹੈ ਤਾਂ ਹੁਣ ਕੁਐਸਚਨ ਬਣਾਓ which are the most malleable metals which are the most malleable metals आंसर की होएगा Gold and silver. gold and silver yes हाँ जी किरण ब्लैकबेरी पूछना बच्चे कुछ यू हैव रेज्ड हैंड ਲਾਸਟ ਕੁਐਸਚਨ ਕੀ ਸੀਗਾ ਬੱਚੇ ਦੱਸੋਗੇ ਮੈਨੂੰ ਕਿਰਨ Which are the most malleable metals, ma'am? ਹਾਂਜੀ ਇਸ ਤੋਂ ਪਹਿਲਾਂ ਵਾਲਾ ਸੀਗਾ ਰਜੇ Ma'am, which which property allows metals to be beaten beaten into into thin thin sheets? sheets ਹਾਂਜੀ ਤੇ ਉਹਦਾ ਆਨਸਰ ਸੀਗਾ ਮੈਲੇਬਿਲਿਟੀ ਕਿਰਨ ਕੋਈ ਗੱਲ ਨਹੀਂ ਜੇ ਕੋਈ ਡਾਊਟ ਵੀ ਰਹਿ ਗਿਆ ਤਾਂ ਤੁਸੀਂ ਨਾਲਦਿਆਂ ਤੋਂ ਆਪਣੀ ਨੋਟਬੁੱਕ ਸ਼ੇਅਰ ਕਰ ਲਿਓ ਫੋਟੋ ਮੰਗਾ ਲਿਓ ਜੀ ਠੀਕ ਹੈ ਐਂਡ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਆ ਬਾਅਦ ਵਿੱਚ ਓਕੇ ਹਾਂਜੀ ਦੈਨ ਆਪਣੇ ਕੋਲ ਆ ਜਾਂਦਾ ਹੈਗਾ ਨੈਕਸਟ ਐਕਟੀਵਿਟੀ 3.4 ਦੇਖੋ ਰਜੇ ਉਹਨਾਂ ਨੇ ਕਿਹਾ ਹੈਗਾ ਸਮ ਮੈਟਲਸ ਕੰਸੀਡਰ ਕਰੋ ਆਇਰਨ ਕਾਪਰ ਐਲੂਮੀਨੀਅਮ ਲੈਡ ਸੇਮ ਤੇ ਇਹਨਾਂ ਵਿੱਚੋਂ ਕਿਹੜੀਆਂ ਮੈਟਲਸ ਨੂੰ ਆਪਾਂ ਨੂੰ ਅਵੇਲੇਬਲ ਆ ਵਾਇਰਸ ਦੀ ਫਾਰਮ ਦੇ ਵਿੱਚ ਤਾਰਾਂ ਕਿਹਦੀਆਂ ਬਣਾ ਸਕਦੇ ਆ ਠੀਕ ਹੈ ਤਾਂ ਇਹਦੇ ਵਿੱਚੋਂ ਆਪਾਂ ਆਇਰਨ ਕਾਪਰ ਐਲੂਮੀਨੀਅਮ ਦੀਆਂ ਵਾਇਰਸ ਬਣਾ ਸਕਦੇ ਆ ਤਾਂ ਹੁਣ ਨੈਕਸਟ ਕੁਐਸਚਨ ਆਪਾਂ ਲਿਖਾਂਗੇ ਵਿਚ ਪ੍ਰੋਪਰਟੀ allows metals to be drawn into thin wires आंसर की आएगा ductility very good ductility 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 next question लिखो which is the most ductile metal Gold, ma'am. gold yes answer is gold which is the most ductile metal answer is gold
Next he is saying that you will be surprised to know that a wire of about 2 kilometer length can be drawn from 1 gram of gold. 1 gram gold ਤੋਂ ਆਪਾਂ 2 ਕਿਲੋਮੀਟਰ ਲੰਬੀ ਤਾਰ ਬਣਾ ਸਕਦੇ ਹਾਂ, ਇੰਨੀ ਜ਼ਿਆਦਾ ਡਕਟਿਲਿਟੀ ਹੁੰਦੀ ਆ 골ਡ ਦੀ। ਠੀਕ ਹੈ, ਨੈਕਸਟ ਕੁਐਸਚਨ ਲਿਖੋ, how much long wire can be drawn, how much long wire can be drawn from 1 gram of gold, 1 gram of gold, 2 kilometer, ma'am. किलोमीटर लेंथ ऑफ वायर मैम। हाँ जी 2 किलोमीटर, आंसर लिख लो 2 किलोमीटर। नेक्स्ट पैराग्राफ देखो, कहता इट इज बिकॉज ऑफ देयर मैलेबिलिटी एंड डक्टिलिटी। अब मैटल्स की जी प्रॉपर्टी है मैलेबिलिटी ते डक्टिलिटी दी, ਉਹਦੇ करके ही मैटल्स कैन बी गिवन डिफरेंट शेप्स अकॉर्डिंग टू आर नीड्स। मैटल ਨੂੰ ਆਪਾਂ डिफरेंट शेप ਦੇ ਵਿੱਚ मोल्ड कर सकते हैं। ठीक है, ਹੁਣ नेक्स्ट क्वेश्चन लिखो, which properties allows metals to be given different shapes, की आंसर आएगा Ma'am, बे? malleability and मैलेबिलिटी एंड डक्टिलिटी। हाँ जी, राइट द आंसर, मैलेबिलिटी एंड डक्टिलिटी, मैलेबिलिटी एंड डक्टिलिटी। नेक्स्ट पैराग्राफ देखो, कैन यू नेम सम मैटल्स दैट आर यूज्ड फॉर मेकिंग कुकिंग वैसल्स। वो कहते कुछ मतलब तुसी मैटल्स के नाम दस सकते हैं जिन्होंने आप कुकिंग वैसल बनाने के लिए यूज करते हैं, आयरन एलूमीनीयम है ना। तो वो कहता भी इन्होंने मैटल्स इन्हों आप कुकिंग वैसल बनाने क्यों यूज करते हैं। तो पहले आप एक एक्टिविटी अंडरस्टैंड करते हैं। उन्होंने देखो डायग्राम बनाई हुई आ, स्टैंड के उपर एक क्लैंप लगाया हुआ है। ठीक है, तो ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈਗਾ ਵੀ ਇੱਕ ਇਦਾਂ ਵਾਇਰ ਨੂੰ ਕਲੈਂਪ ਦੇ ਨਾਲ ਹੋਲਡ ਕੀਤਾ। ਠੀਕ ਹੈ, ਉਹਦੇ ਨੀਚੇ ਉਹਨਾਂ ਨੇ ਬਰਨਰ ਰੱਖਤਾ। ਓਕੇ, ਐਂਡ ਉਸ ਵਾਇਰ ਦੇ ਨਾਲ ਮੋਮ ਲੈ ਕੇ ਵੈਕਸ ਲੈ ਕੇ ਇੱਕ ਪਿੰਨ ਜੁਆਇਨ ਕੀਤੀ ਹੋਈ ਹੈ। ਇੱਥੇ ਲਿਖਿਆ ਹੋਇਆ ਨਾ ਬੱਚੇ, ਫ੍ਰੀ ਐਂਡ ਆਫ ਵਾਇਰ ਪਿੰਨ ਵੈਕਸ, ਮੋਮ ਦੇ ਨਾਲ ਇੱਕ ਪਿੰਨ ਫਿਕਸ ਕਰਤੀ। ਠੀਕ ਹੈ, ਜੰਮੀ ਹੋਈ ਆ ਉਹ ਮੋਮ। ਉਸ ਤੋਂ ਬਾਅਦ ਉਹਨੇ ਕੀ ਕੀਤਾ, ਦੂਸਰੇ ਐਂਡ ਤੋਂ ਜਿਹੜਾ ਕਲੈਂਪ ਦੇ ਨਾਲ ਜੁੜਿਆ ਹੋਇਆ ਐਂਡ ਆ ਉੱਥੋਂ ਉਸ ਵਾਇਰ ਨੂੰ ਗਰਮ ਕਰਨਾ ਸ਼ੁਰੂ ਕਰਤਾ। ਠੀਕ ਹੈ, ਵਟ ਵਿਲ ਬੀ ਯੋਰ ਆਬਜ਼ਰਵੇਸ਼ਨ, ਜਦੋਂ ਆਪਾਂ ਵਾਇਰ ਨੂੰ ਉਧਰੋਂ ਗਰਮ ਕਰਨਾ ਸ਼ੁਰੂ ਕਰ ਦਿਆਂਗੇ ਕੀ ਹੋਏਗਾ, ਪਿੰਨ ਡਿੱਗ ਪਏਗੀ। ਠੀਕ ਹੈ, ਓਕੇ ਬੱਚੇ, ਥੋੜੇ ਟਾਈਮ ਦੇ ਬਾਅਦ ਜਿਹੜੀ ਵੈਕਸ ਆ ਉਹ ਮੈਲਟ ਹੋ ਜਾਏਗੀ, ਪਿੰਨ ਜਿਹੜੀ ਆ ਉਹ ਡਿੱਗ ਪਏਗੀ। ਹੁਣ ਆਪਾਂ ਬਿਲਕੁਲ ਵੈਕਸ ਕੋਲੋਂ ਤਾਂ ਹੀਟ ਹੀ ਨਹੀਂ ਕੀਤਾ, ਫਿਰ ਵੀ ਉਹ ਵਾਲਾ ਐਂਡ ਕਿਉਂ ਹੀਟ ਹੋ ਗਿਆ, ਕਿਉਂਕਿ ਆਪਾਂ ਦੂਸਰਾ ਐਂਡ ਜਿਹੜਾ ਹੈਗਾ ਉਹਨੂੰ ਹੀਟ ਕਰ ਰਹੇ ਆ। ਤੇ ਜਿਹੜੀਆਂ ਮੈਟਲਸ ਆ ਗੁੱਡ ਕੰਡਕਟਰ ਹੁੰਦੀਆਂ ਹੀਟ ਦੀਆਂ, ਹੀਟ ਉਹਦੇ ਵਿੱਚ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਆਪਣੇ ਹੀ ਆਪ ਹੀ ਪਹੁੰਚ ਗਈ। ਠੀਕ ਹੈ, ਤਾਂ ਹੁਣ ਆਪਾਂ ਇਹਦੇ ਵਿੱਚ ਲਿਖਾਂਗੇ ਮੈਟਲਸ ਆਰ ਡੈਸ਼ ਕੰਡਕਟਰਸ ਆਫ ਹੀਟ, good conductor of heat। ਹੁਣ ਮੰਨ ਲਓ ਤੁਸੀਂ ਕੋਈ ਕੁਕਿੰਗ ਵੈਸਲ ਬਣਾਉਣਾ। ਠੀਕ ਹੈ, ਤੇ ਜਿਹੜੀ ਚੀਜ਼ ਦਾ ਤੁਸੀਂ ਵੈਸਲ ਬਣਾ ਰਹੇ ਆ ਤੇ ਉਹਦਾ ਟੈਂਪਰੇਚਰ ਜਿਹੜਾ ਹੈਗਾ ਮੈਲਟਿੰਗ ਪੁਆਇੰਟ ਆ ਉਹ ਹੈਗਾ ਅਬਾਊਟ 40। ਠੀਕ ਹੈ, 40 ਡਿਗਰੀ ਸੈਲਸੀਅਸ ਆ, ਤੇ ਤੁਸੀਂ ਉਹਦਾ ਕੁਕਿੰਗ ਯੂਟੈਂਸਿਲ ਬਣਾ ਸਕਦੇ ਆ। ਮੈਂ ਤੁਹਾਨੂੰ ਦੱਸ ਦਿਆਂ ਜਿਹਨੂੰ ਟੈਂਪਰੇਚਰ ਦਾ ਇੰਨਾ ਨਹੀਂ ਪਤਾ ਵੀ ਜਨਰਲੀ ਆਪਣੇ ਗਰਮੀ 'ਚ 42 43 ਹੋ ਜਾਂਦਾ ਟੈਂਪਰੇਚਰ, ਨਹੀਂ ਬਣਾ ਸਕਦੇ ਨਾ। नहीं बना सकते। ਹਾਂ ਕਿਉਂ, ਕਿਉਂਕਿ ਜਦੋਂ ਆਪਾਂ ਉਹਨੂੰ ਹੀਟ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਮੈਲਟ ਕਰ ਜੂਗਾ ਤੇ ਜਿਹੜੇ ਕੱਦੂ ਤੋਰੀਆਂ ਹੈਗੀਆਂ ਸਾਰੀਆਂ ਰਸੋਈ ਦੇ ਵਿੱਚ ਖਿਲਰ ਜਾਣਗੀਆਂ। ਠੀਕ ਹੈ, ਸੋ ਇਸ ਕਰਕੇ ਆਪਾਂ ਨੂੰ ਇੱਕ ਹੋਰ ਪ੍ਰੋਪਰਟੀ ਚਾਹੀਦੀ ਹੁੰਦੀ ਆ ਕੁਕਿੰਗ ਵੈਸਲ ਬਣਾਉਣ ਦੀ, ਉਹ ਹੁੰਦੀ ਆ ਹਾਈ ਮੈਲਟਿੰਗ ਪੁਆਇੰਟ। ਠੀਕ ਹੈ, ਪਹਿਲਾਂ ਤਾਂ ਤੁਸੀਂ ਲਿਖੋ ਮੈਟਲਸ ਹੈਵ ਡੈਸ਼ ਮੈਲਟਿੰਗ ਪੁਆਇੰਟ, ਮੈਟਲਸ ਹੈਵ
डैश मेल्टिंग पॉइंट। की आंसर आएगा? High. High. melting हाई। point. नोट कर लो, हाई। ठीक है, उस तो बाद बच्चे आपां क्वेश्चन लिखना हैगा, व्हाट आर द prerequisites, prerequisites, मैं रिपीट करन लगी हाँ, requisites, prerequisites for a metal to convert it into cooking vessels। ਤੁਹਾਨੂੰ ਸਿੰਪਲ ਕੁਐਸਚਨ ਵੀ ਆ ਸਕਦਾ ਵੀ ਕਿਹੜੀਆਂ ਪ੍ਰੋਪਰਟੀਜ਼ ਚਾਹੀਦੀਆਂ ਕੁਕਿੰਗ ਵੈਸਲ ਬਣਾਉਣ ਲਈ। ਠੀਕ ਹੈ, ਟੂ ਕਨਵਰਟ ਇਟ ਇਨਟੂ ਕੁਕਿੰਗ ਵੈਸਲਸ। ਲਿਖ ਲਿਆ ਇੱਥੋਂ ਤੱਕ ਬੱਚੇ? Yes, Yes, ma'am. ma'am. ਹਾਂਜੀ, ਤਾਂ ਫਸਟ ਤੁਸੀਂ ਲਿਖੋ, ਇੱਕ ਹੁਣ ਮੈਂ ਜਿਹੜਾ ਲਿਖਵਾਉਣ ਲੱਗੀ ਹਾਂ ਉਹਨੂੰ ਮੈਂ ਸਮਝਾਉਣੀ ਵੀ ਹੈ, ਥਰਮਲ ਕੰਡਕਟਿਵਿਟੀ। ਥਰਮ ਵਰਡ ਕਿਤੇ ਵੀ ਆ ਜਾਏ ਉਹਦਾ ਮਤਲਬ ਹੁੰਦਾ ਹੀਟ। ਠੀਕ ਹੈ, ਤਾਂ ਲਿਖੋ ਥਰਮਲ ਕੰਡਕਟਿਵਿਟੀ, ਬ੍ਰੈਕਟ ਵਿੱਚ ਲਿਖ ਲਓ ਹੀਟ, ਥਰਮਲ ਦੇ ਬ੍ਰੈਕਟ 'ਚ ਹੀਟ ਲਿਖ ਲਿਓ, ਥਰਮਲ ਕੰਡਕਟਿਵਿਟੀ and high melting point, and high melting point। ठीक है बच्चे? Okay, ma'am. हाँ जी बच्चे, अज आप इत्थों तक ही करांगे। तुहानू फायदा लगा अज? Yes, ma'am.